सत श्री अकाल, स्वागत है ਤੁਹਾਡਾ गौरव शुक्ला। मैं हाँ ਤੁਹਾਡੇ ਨਾਲ। इस समय ਵੱਡੀ ਖਬਰ ਇਹ ਹੈ ਕਿ ਹੁਣ ਤੋਂ ਥੋੜੀ ਦੇਰ ਬਾਅਦ ਨਿਰਮਲਾ ਸੀਤਾਰਮਨ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ। 20 ਲੱਖ ਕਰੋੜ ਨੂੰ ਕਿਵੇਂ ਵੰਡਿਆ ਜਾਏਗਾ ਖੇਤਰਾਂ ਦੇ ਵਿੱਚ, ਵੱਖ-ਵੱਖ ਖੇਤਿਆਂ ਦੇ ਵਿੱਚ, ਉਸ ਦੀ ਉਹ ਜਾਣਕਾਰੀ ਦੇਣਗੇ। ਪਰ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਅਪਡੇਟ ਦਵਾਂਗੇ ਕਰੋਨਾ ਦੇ ਨਾਲ ਜੁੜੀ ਹੋਈ ਇਸ ਸਮੇਂ ਜੋ ਪੰਜਾਬ 'ਚ ਜਾਣਕਾਰੀ ਹੈ। सूबे ਦੇ ਵਿੱਚ ਕਹਿਰ ਜਾਰੀ ਹੈ। ਲੁਧਿਆਣਾ ਦੇ ਵਿੱਚ 5 ਨਵੇਂ ਕੇਸ ਸਾਹਮਣੇ ਆ ਗਏ ਨੇ। ਇੱਕ ਨਿੱਜੀ ਕੰਪਨੀ ਦੇ ਮੁਲਾਜ਼ਮ ਨੇ ਇਹ ਸਾਰੇ ਜੋ ਪੋਜ਼ਿਟਿਵ ਕੇਸ ਪਾਏ ਗਏ ਨੇ। ਲੁਧਿਆਣਾ ਦੇ ਵਿੱਚ 150 ਦੇ ਹੁਣ ਕਰੀਬ ਅੰਕੜਾ ਪਹੁੰਚ ਚੁੱਕਾ ਹੈ ਤੇ ਪੰਜਾਬ ਦੇ ਵਿੱਚ ਹੁਣ ਤੱਕ 1935 ਮਾਮਲੇ ਸਾਹਮਣੇ ਆ ਚੁੱਕੇ ਨੇ। ਲੁਧਿਆਣਾ ਦੇ ਵਿੱਚ 5 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। ਵੱਡੀ ਖਬਰ ਇਸ ਸਮੇਂ ਤੁਹਾਨੂੰ ਦੱਸ ਰਹੇ ਹਾਂ ਅਸੀਂ ਕਰੋਨਾ ਦੇ ਨਾਲ ਜੁੜੀ ਹੋਈ। ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ ਤੇ ਗਿਣਤੀ ਲਗਾਤਾਰ ਵਧ ਰਹੀ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਰਫ਼ਤਾਰ ਥੋੜੀ ਜਿਹੀ ਮੱਠੀ ਜ਼ਰੂਰ ਪਈ ਹੈ ਕਿਉਂਕਿ ਇੱਕ ਸਮਾਂ ਤਾਂ ਸ਼ਰਧਾਲੂ ਜਿਹੜੇ ਵਾਪਸ ਆਏ ਸੀ ਨੰਦੇੜ ਸਾਹਿਬ ਤੋਂ, ਜਿਹੜੇ ਲੋਕ ਵਾਪਸ ਆਏ ਸੀ ਉਸ ਦੇ ਵਿੱਚ ਕਾਮੇ ਵੀ ਸੀ, ਤਾਂ ਉਹਨਾਂ ਦੇ ਲਗਾਤਾਰ ਟੈਸਟ ਹੁੰਦੇ ਗਏ ਤੇ ਬਹੁਤ ਸਾਰਿਆਂ ਦੀ ਰਿਪੋਰਟਾਂ ਪੋਜ਼ਿਟਿਵ ਆਈਆਂ ਤੇ ਉਸ ਤੋਂ ਬਾਅਦ ਬਹੁਤ ਤੇਜ਼ ਰਫ਼ਤਾਰ ਦੇ ਨਾਲ ਕਰੋਨਾ ਦੇ ਮਾਮਲੇ ਪੰਜਾਬ ਦੇ ਵਿੱਚ ਸਾਹਮਣੇ ਆਏ। 1200 ਤੋਂ ਜ਼ਿਆਦਾ ਤਾਂ ਸ਼ਰਧਾਲੂ ਹੀ ਨੇ ਜੋ ਹੁਣ ਤੱਕ 1935 ਕੇਸ ਰਿਪੋਰਟ ਕੀਤੇ ਜਾ ਚੁੱਕੇ ਨੇ। ਇਸ ਸਮੇਂ ਲੁਧਿਆਣਾ ਤੋਂ ਖਬਰ ਤੁਹਾਨੂੰ ਦੱਸ ਰਹੇ ਹਾਂ। ਲੁਧਿਆਣਾ ਦੇ ਵਿੱਚ 5 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ ਗਿਣਤੀ 150 ਦੇ ਨੇੜੇ ਹੁਣ ਪਹੁੰਚ ਚੁੱਕੀ ਹੈ। ਇੱਕ ਨਿੱਜੀ ਕੰਪਨੀ ਦੇ ਮੁਲਾਜ਼ਮ ਨੇ ਸਾਰੇ ਲੁਧਿਆਣਾ ਦੇ ਵਿੱਚ 150 ਦੇ ਕਰੀਬ ਇਹ ਅੰਕੜਾ ਪਹੁੰਚ ਚੁੱਕਾ ਹੈ ਤੇ ਹੁਣ ਤੱਕ ਸੂਬੇ ਦੇ ਵਿੱਚ 1935 ਮਾਮਲੇ ਹੋ ਚੁੱਕੇ ਨੇ। ਅੱਗੇ ਵਧਦੇ ਹਾਂ, ਖਬਰ ਚੰਡੀਗੜ੍ਹ ਤੋਂ ਲਵਾਂਗੇ। ਚੰਡੀਗੜ੍ਹ ਪ੍ਰਸ਼ਾਸਨ ਇੱਕ ਵਾਰ ਮੁੜ ਤੋਂ ਸਖਤੀ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਲਗਾਤਾਰ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ। ਜੀ ਹਾਂ, ਬਾਰਡਰ ਦੇ ਉੱਤੇ ਸਖਤੀ ਵਧਾਈ ਗਈ ਹੈ। ਚੰਡੀਗੜ੍ਹ ਦੇ ਵਿੱਚ ਐਂਟਰੀ ਹੋਣ ਦੇ ਲਈ ਹੁਣ ਵੈਲਿਡ ਪਾਸ ਦੀ ਜ਼ਰੂਰਤ ਹੋਏਗੀ ਤਾਂ ਮੈਡੀਕਲ ਐਮਰਜੈਂਸੀ ਵਾਲਿਆਂ ਨੂੰ ਜ਼ਰੂਰ ਐਂਟਰੀ ਮਿਲ ਜਾਏਗੀ। ਫੌਰੀ ਤੌਰ ਦੇ ਉੱਤੇ ਬਾਰਡਰ ਦੇ ਉੱਤੇ ਪੁਲਿਸ ਦੇ ਤੈਨਾਤੀ ਨੂੰ ਵੀ ਵਧਾ ਦਿੱਤਾ ਗਿਆ। ਲਗਾਤਾਰ ਮਾਮਲੇ ਵਧ ਰਹੇ ਨੇ ਚੰਡੀਗੜ੍ਹ ਦੇ ਵਿੱਚ ਵੀ। ਇਸ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਫੈਸਲਾ ਲਿਆ। ਚੰਡੀਗੜ੍ਹ ਪੰਜਾਬ ਬਾਰਡਰ ਤੇ ਹੁਣ ਸਖਤੀ ਵਧਾ ਦਿੱਤੀ ਗਈ ਹੈ। ਯਾਨੀ ਕਿ ਜਦੋਂ ਤੁਹਾਨੂੰ ਰੋਕਿਆ ਜਾਏਗਾ ਤੁਹਾਡੀ ਚੈਕਿੰਗ ਹੋਏਗੀ ਤੇ ਤੁਹਾਡੇ ਕੋਲ ਐਂਟਰੀ ਪਾਸ ਹੋਣਾ ਜ਼ਰੂਰੀ ਹੈ। ਜੇਕਰ ਤੁਹਾਡੇ ਕੋਲ ਐਂਟਰੀ ਪਾਸ ਨਹੀਂ ਹੋਏਗਾ ਤਾਂ ਫਿਰ ਤੁਹਾਡੀ ਐਂਟਰੀ ਚੰਡੀਗੜ੍ਹ ਦੇ ਵਿੱਚ ਨਹੀਂ ਹੋ ਪਾਏਗੀ, ਬਲਕਿ ਤੁਹਾਡੇ ਉੱਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਹਨਾਂ ਨੂੰ ਐਮਰਜੈਂਸੀ ਹੋਏਗੀ, ਯਾਨੀ ਕਿ ਮੈਡੀਕਲ ਐਮਰਜੈਂਸੀ ਹੋਵੇ, ਕੋਈ ਮਰੀਜ਼ ਲੈ ਕੇ ਪੀਜੀਆਈ ਵੱਲ ਜਾ ਰਿਹਾ, 32 ਸੈਕਟਰ ਵੱਲ ਜਾ ਰਿਹਾ ਹੈ, ਤਾਂ ਉਹਨਾਂ ਨੂੰ ਫੌਰੀ ਤੌਰ ਤੇ ਰਾਹਤ ਹੋਏਗੀ। ਇਹ ਵੀ ਪ੍ਰਸ਼ਾਸਨ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ। ਤਾਂ ਵੱਡੀ ਖਬਰ ਹੈ ਇਸ ਸਮੇਂ ਦੀ। ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਐਂਟਰੀ ਸਖਤੀ ਕਰ ਦਿੱਤੀ ਗਈ ਹੈ। ਚੰਡੀਗੜ੍ਹ ਦੇ ਵਿੱਚ ਐਂਟਰੀ ਨੂੰ ਲੈ ਕੇ ਰੁਕ ਕਰਦੇ ਮਨੋਜ ਰਾਠੀ ਮੇਰੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ। ਮਨੋਜ, ਕੀ ਕੋਈ ਜਾਣਕਾਰੀ? ਐਂਟਰੀ ਦਾ ਮਤਲਬ ਕੀ ਹੈ ਕਿ ਹਰ ਐਂਟਰੀ ਪੁਆਇੰਟ ਦੇ ਉੱਤੇ ਹੁਣ ਚੈਕਿੰਗ ਹੋਏਗੀ, ਉਸ ਤੋਂ ਬਾਅਦ ਹੀ ਐਂਟਰੀ ਮਿਲ ਸਕੇਗੀ ਵੈਲਿਡ ਪਾਸ ਦਿਖਾ ਕੇ? देखो गौरव, आज के जेडे ऑर्डर आए आज के जेडे ऑर्डर है वही है कि भाई हुण जेड़ा भी, चाहे वो पंचकूला तो आ रहा है, चाहे वो मोहाली तो आ रहा है, जेडे भी स्टेट तो आ रहा है, क्योंकि हुण चंडीगढ़ से जो एंट्री करनी है तो उहदे विच वैलिड पास या फिर जेड़ा एमरजेंसी, एक्सट्रीम एमरजेंसी है, मेडिकल कोई एमरजेंसी है वो होएगी, ताकि तुसीं चंडीगढ़ से जिहड़ी है एंट्री कर सकोगे। सब तो वड्डी गल, क्योंकि जिहड़ी रिलैक्सेशन दी गई थी, रिलैक्सेशन तो बाद कुछ शर्तां ते ये रिलैक्सेशन दी गई थी कि भाई तुसीं ऑड इवन दा ध्यान रखना है, तुसीं सोशल डिस्टेंसिंग दा ध्यान रखना है, तुसीं ज्यादा इकट्ठ जिहड़ा हैगा वो नहीं करना। लेकिन ये देखने को मिला है कि लोकी बिना गल ते ही सड़कों ते घूम रहे ने, बिना गल ते तुसीं जाके सड़कों ते घूम रहे ने, मार्केट च घूम रहे ने, जिहदे करके भीड़ जिहड़ी है इकट्ठ हो रही है, लगातार रश हो रहा है कि कोरोना के जिहड़े मामले हैं चंडीगढ़ च बढ़ रहे हैं। हालांकि 189 हो चुके हैं, 3 डेथ हो चुकी है चंडीगढ़ से, रेडियस घट है, लेकिन जिहड़ा आंकड़ा है, जिहड़ी गिनती है कोरोना पॉजिटिव की वो गौरव लगातार बढ़ती जा रही है, जिहदे करके हुण अज फिर सख्ती जिहड़ी है वो कीती गई है ते लगातार जिहड़ी बाहर तो गड्डियां आ रही सी, चाहे वो किसी भी तरह की हो, किसी नूं भी एंट्री नहीं होने दी गई। सिर्फ जिहदे कोल वैलिड पास है या कोई पैरामैडिकल स्टाफ है या फिर कोई जिहदे कोल एक्सट्रीम एमरजेंसी है, मेडिकल एमरजेंसी है, उन्होंने ही सिर्फ इंटर होने दिता जा रहा है। उस तो इलावा किसी को भी चंडीगढ़ की एंट्री जिहड़ी है वो नहीं दी गई है। रीजन गौरव यही है कि रश ना होवे ते गड्डियां च 2 व्हीलर है उन्हें विच सिर्फ 1 पर्सन ते जिहड़ी 4 व्हीलर है उन्हां विच 1 ड्राइवर प्लस 2 पैसेंजर। ये पहले ही ऑलरेडी जिहड़ा हैगा वो ऑर्डर दे दिए गए हैं, लेकिन लोकी मानते नहीं है। लोकी कर्फ्यू यानी लॉकडाउन कर्फ्यू हटा चुके हैं, लेकिन लॉकडाउन के चलते भी लोगों को समझ नहीं आ रही, लोगों को समझ नहीं आ रही कि भाई तुसीं रश कर रहे हो, तुसीं बिना गल ते तुसीं सड़कों ते घूम रहे हो, बिना गल ते तुसीं शॉप ते जिहड़ी किसी भी शॉप ते जाके तुसीं जिहड़ा हैगा वो भीड़ इकट्ठ कर रहे हो, जिहदे करके किते ना किते लगातार जिहड़ा मामले वो भी बढ़ रहे हैं ते दिक्कत भी हैगी कि किसी भी तरह का कोई नुकसान ना होवे। तो इसी करके जिहड़ा पुलिस वालों भी हुण ऑर्डर आए गए हैं कि जिहड़े भी बॉर्डर एरिया ने उत्थे पुलिस लाई गई है ते पुलिस वैलिड पास ही जिहड़ी है वो चैक करती नजर आ रही है।
ਗੌਰਵ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਨਾ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਸਖਤੀ ਨੂੰ ਵਧਾਇਆ ਗਿਆ ਹੈ। ਅਸੀਂ ਥੋੜੀ ਦੇਰ ਦੇ ਵਿੱਚ ਉਹ ਵੀ ਜ਼ਿਕਰ ਕਰਾਂਗੇ ਕਿ ਜਿਹੜਾ 20 ਲੱਖ ਕਰੋੜ ਦਾ ਪੈਕੇਜ ਦਿੱਤਾ ਗਿਆ ਤੇ ਉਸ ਨੂੰ ਲੈ ਕੇ ਕੀ ਕੁਝ ਰੂਪਰੇਖਾ 4 ਵਜੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਹੋ ਸਕਦੀ ਹੈ। ਥੋੜੀ ਦੇਰ ਬਾਅਦ ਦੇਸ਼ ਦੀ ਖਜ਼ਾਨਾ ਮੰਤਰੀ ਪ੍ਰੈਸ ਕਾਨਫਰੰਸ ਕਰਨਗੇ, ਉਸ ਦੇ ਉੱਤੇ ਵੀ ਸਾਡੀ ਨਜ਼ਰ ਹੈ, ਉਹ ਵੀ ਚਰਚਾ ਕਰਾਂਗੇ ਕਿਹੜੇ ਖੇਤਰ ਨੂੰ ਕਿੰਨੇ ਪੈਸੇ ਮਿਲ ਸਕਦੇ ਨੇ, ਕਿਹੜੇ ਤਰੀਕੇ ਨਾਲ ਮਿਲ ਸਕਦੇ ਨੇ। ਪਰ ਇਸ ਵਿਚਾਲੇ ਚੰਡੀਗੜ੍ਹ ਤੋਂ ਵੱਡੀ ਖਬਰ ਹੈ ਕਿ ਐਂਟਰੀ ਦੇ ਲਈ ਵੈਲਿਡ ਪਾਸ ਲਾਜ਼ਮੀ ਹੋਏਗਾ। ਜੇਕਰ ਤੁਸੀਂ ਚੰਡੀਗੜ੍ਹ ਵੱਲ ਆ ਰਹੇ ਹੋ ਜਾਂ ਤੁਸੀਂ ਚੰਡੀਗੜ੍ਹ ਦੇ ਵਿੱਚ ਐਂਟਰ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਪਾਸ ਹੋਣਾ ਜ਼ਰੂਰੀ ਹੈ, ਨਹੀਂ ਤਾਂ ਤੁਹਾਡੀ ਐਂਟਰੀ ਨਹੀਂ ਹੋਏਗੀ। ਅਗਲੀ ਖਬਰ ਭਵਾਨੀਗੜ੍ਹ ਤੋਂ ਹੈ। ਇਸ ਸਮੇਂ ਸੇਵਾ ਕੇਂਦਰ ਜੋ ਖੋਲੇ ਗਏ 467 ਇੱਕ ਭਵਾਨੀਗੜ੍ਹ ਦੇ ਵਿੱਚ ਵੀ ਉਸ ਦੇ ਵਿੱਚੋਂ ਤੇ ਭੀੜ ਉੱਥੇ ਜੁਟ ਗਈ ਹੈ, ਜਿਹਾਂ ਆਪਣਾ ਕੰਮ ਕਰਵਾਉਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਤੇ ਸੋਸ਼ਲ ਡਿਸਟੈਂਸਿੰਗ ਜੋ ਸਭ ਤੋਂ ਜ਼ਿਆਦਾ ਇਸ ਸਮੇਂ ਜ਼ਰੂਰੀ ਹੈ ਉਸ ਦਾ ਖਿਆਲ ਨਹੀਂ ਰੱਖਿਆ ਜਾ ਰਿਹਾ। ਲਾਕਡਾਊਨ ਕਰਕੇ ਕਰੀਬ 1.5 ਮਹੀਨੇ ਬਾਅਦ ਸੇਵਾ ਕੇਂਦਰ ਖੁੱਲੇ ਨੇ। ਹਾਲਾਂਕਿ ਖੋਲਣ ਦਾ ਇਜਾਜ਼ਤ ਤਾਂ ਪਹਿਲਾਂ ਦੇ ਦਿੱਤੀ ਗਈ ਸੀ, ਪਰ ਸੈਨੀਟਾਈਜ਼ ਕੀਤਾ ਗਿਆ, ਸਾਰੀਆਂ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਕੀਤਾ ਗਿਆ। ਉਸ ਤੋਂ ਬਾਅਦ ਖੋਲੇ ਗਏ ਨੇ ਸੇਵਾ ਕੇਂਦਰ ਤੇ ਲੋਕ ਤਕਰੀਬਨ 1.5 ਮਹੀਨੇ ਤੋਂ ਆਪਣੇ ਕੰਮਾਂ ਨੂੰ ਲੈ ਕੇ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਖੋਲੇ ਜਾਣਗੇ ਸੇਵਾ ਕੇਂਦਰ। ਤੇ ਇਸ ਵਿਚਾਲੇ ਹੁਣ ਖੋਲੇ ਗਏ ਨੇ ਤਾਂ ਭਵਾਨੀਗੜ੍ਹ ਦੀਆਂ ਤਸਵੀਰਾਂ ਨੇ ਕਿਵੇਂ ਉੱਥੇ ਭੀੜ ਲੱਗੀ ਹੋਈ ਨਜ਼ਰ ਆਈ ਹੈ। ਲਾਜ਼ਮੀ ਤੌਰ ਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਹੋਵੇਗਾ। ਵਾਰ-ਵਾਰ ਸਰਕਾਰ ਪ੍ਰਸ਼ਾਸਨ ਇਹ ਕਹਿ ਰਹੀ ਹੈ ਕਿ ਲਾਕਡਾਊਨ ਦੇ ਵਿੱਚ ਢਿੱਲ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਤੁਸੀਂ ਇਸ ਤਰੀਕੇ ਨਾਲ ਭੀੜ ਲਗਾ ਲਓ ਜਾਂ ਫਿਰ ਲਾਈਨ ਲਗਾ ਲਓ। ਤੁਹਾਨੂੰ ਕੰਮ ਹੈ ਤਾਂ ਤੁਹਾਨੂੰ ਜ਼ਰੂਰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਹੋਵੇਗਾ। ਬਠਿੰਡਾ ਤੋਂ ਵੀ ਖਬਰ ਲੈਣੇ ਆ। ਬਠਿੰਡਾ ਰੇਲਵੇ ਸਟੇਸ਼ਨ ਦੇ ਨੇੜੇ ਮਜ਼ਦੂਰਾਂ ਦਾ ਜਮਾਵੜਾ ਲੱਗ ਗਿਆ। ਕੱਲ ਬਠਿੰਡਾ ਤੋਂ ਬਿਹਾਰ ਦੇ ਲਈ ਟ੍ਰੇਨ ਰਵਾਨਾ ਹੋਣੀ ਹੈ ਤੇ ਇੱਕ ਦਿਨ ਪਹਿਲਾਂ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉੱਥੇ ਜਮ੍ਹਾਂ ਹੋਣੇ ਸ਼ੁਰੂ ਹੋ ਚੁੱਕੇ ਨੇ। ਸੋਸ਼ਲ ਡਿਸਟੈਂਸਿੰਗ ਦਾ ਧਿਆਨ ਜੋ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਨਹੀਂ ਰੱਖਿਆ ਜਾ ਰਿਹਾ। ਲਾਕਡਾਊਨ ਦੀ ਵਜ੍ਹਾ ਦੇ ਨਾਲ ਮਜ਼ਦੂਰਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਕੱਲ ਸਵੇਰੇ 11 ਵਜੇ ਦੇ ਨੇੜੇ ਇਹ ਟ੍ਰੇਨ ਰਵਾਨਾ ਹੋਣੀ ਹੈ ਤੇ ਉਸ ਤੋਂ ਪਹਿਲਾਂ ਹੀ ਇੱਕ ਦਿਨ ਪਹਿਲਾਂ ਹੀ ਜਿਹੜੀ ਉੱਥੇ ਭੀੜ ਲੱਗਣੀ ਸ਼ੁਰੂ ਹੋ ਗਈ। ਤੇ ਬਠਿੰਡਾ ਤੋਂ ਇਸ ਸਮੇਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਤੇ ਨਾ ਕਿਤੇ ਦਿੱਕਤਾਂ ਪ੍ਰਸ਼ਾਸਨ ਦੇ ਲਈ ਲਾਜ਼ਮੀ ਤੌਰ ਤੇ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਲਾਕਡਾਊਨ ਕਰਕੇ ਮਜ਼ਦੂਰਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਇਸ ਵਿਚਾਲੇ ਉਹ ਆਪਣੇ ਸੂਬੇ ਨੂੰ ਵਾਪਸ ਪਰਤਣਾ ਚਾਹੁੰਦੇ ਨੇ ਤੇ ਦਿੱਕਤ ਸਥਾਨਕ ਪ੍ਰਸ਼ਾਸਨ ਦੇ ਲਈ ਲਾਜ਼ਮੀ ਤੌਰ ਤੇ ਵਧਦੀ ਹੋਈ ਤੇ ਮਜ਼ਦੂਰਾਂ ਦੀ ਭੀੜ ਸਟੇਸ਼ਨ ਦੇ ਬਾਹਰ ਕਿਸ ਤਰੀਕੇ ਨਾਲ ਇੱਕ ਦਿਨ ਪਹਿਲਾਂ ਹੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਬਿਆਨ ਕਰਨ ਦੇ ਲਈ ਕਾਫੀ ਨੇ। काम करता था सिलाई का, 2 महीने से कोई काम वाम नहीं है, कोई खाना पीना भी सही से नहीं देता है। हम लोग जहाँ भी जाते हैं पुलिस वाले भी नहीं निकलने देते हैं, जैसे लाइन भी लगाते हैं तो मारता है। उसके बाद हम लोग जाएं कहाँ? घर जाने के लिए हम लोग लाइन लगाए हुए हैं कल से, उसके बाद जाने नहीं दे रहा ये लोग। यहाँ पे यही हम लोग को परेशानी है। मान लीजिए काम धंधा छोड़ दिए हैं, बैठे हुए हैं, हम लोग मार्च से बैठे हुए हैं, हम लोग ड्यूटी भी नहीं कर रहे हैं, हम लोग को खाने पीने की भी परेशानी है। कम से कम हम लोग सोच रहे हैं प्रशासन हम लोग को घर भेजवा दे। हम लोग वही भगवान से अपना मुख्यमंत्री योगी नाथ से हम यही विनती करते हैं। अब रिफाइनरी में बिल्डर का हेल्पर हो साहब, और खाने के लिए नहीं मिल रहा है साहब, खाने पीने नहीं मिल रहा है। 2 महीना से हम लोग का काम भी नहीं चल रहा है उतना, चलो काम भी चल रहा है। कितनी परेशानी आ रही है? हैं? कितना परेशानी है? हम लोग का साथ 10,000 तनख्वाह है। ਤਾਂ ਮਜ਼ਦੂਰਾਂ ਨੂੰ ਦਿੱਕਤਾਂ ਆ ਰਹੀਆਂ ਨੇ ਤੇ ਸਭ ਦੇ ਵਿਚਾਲੇ ਭੀੜ ਇਕੱਠੀ ਹੋ ਗਈ ਬਠਿੰਡਾ ਰੇਲਵੇ ਸਟੇਸ਼ਨ ਦੇ ਬਾਹਰ। ਅੱਗੇ ਵਧਦਿਆਂ ਸ਼ਰਾਬ ਦੇ ਠੇਕਿਆਂ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਵੱਡੀ ਖਬਰ, ਉਸ ਦਾ ਜ਼ਿਕਰ ਹੋਏਗਾ। ਸ਼ਰਾਬ ਦੇ ਠੇਕੇ ਪੰਜਾਬ ਦੇ ਵਿੱਚ ਜਲਦ ਖੁੱਲਣ ਜਾ ਰਹੇ ਨੇ। ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਮਿਲ ਚੁੱਕੀ ਹੈ, ਜਿਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਮਿਲੇ ਉਸ ਤੋਂ ਬਾਅਦ ਹੀ ਜਿਹੜੇ ਸ਼ਰਾਬ ਦੇ ਠੇਕੇ ਖੋਲੇ ਜਾ ਸਕਣਗੇ। ਮੁੱਖ ਮੰਤਰੀ ਦੇ ਵੱਲੋਂ ਜੋ ਜਾਣਕਾਰੀ ਹੈ ਕਿ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਐਕਸਾਈਜ਼ ਪਾਲਿਸੀ ਦੇ ਵਿੱਚ ਸੋਧਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੋਮ ਡਿਲੀਵਰੀ ਅਤੇ ਰੇਟ ਨੂੰ ਲੈ ਕੇ ਅਜੇ ਤੱਕ ਸਸਪੈਂਸ ਬਰਕਰਾਰ ਹੈ ਕਿਉਂਕਿ ਇਹ ਕਲੀਅਰ ਨਹੀਂ ਕੀਤਾ ਗਿਆ ਕਿ ਐਕਸਾਈਜ਼ ਪਾਲਿਸੀ ਦੇ ਵਿੱਚ ਕੀ ਗਾਈਡਲਾਈਨਸ ਨੇ, ਕੀ ਕੁਝ ਫੈਸਲੇ ਲਏ ਗਏ ਨੇ, ਕੀ ਕੁਝ ਐਕਸਾਈਜ਼ ਪਾਲਿਸੀ ਦੇ ਮੁਤਾਬਕ ਅੱਗੇ ਹੁਣ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਨਿਯਮ ਬਣਾ ਦਿੱਤੇ ਗਏ ਨੇ। ਇਸ ਦਾ ਇੰਤਜ਼ਾਰ ਲਾਜ਼ਮੀ ਤੌਰ ਤੇ ਹੈ ਨੋਟੀਫਿਕੇਸ਼ਨ ਦਾ ਕਿ ਕਦੋਂ ਸਰਕਾਰ ਦੇ ਵੱਲੋਂ ਜਾਰੀ ਕੀਤੀ ਜਾਂਦੀ ਹੈ ਕਿ ਉਹ ਤੱਥ ਨਿਕਲ ਕੇ ਸਾਹਮਣੇ ਆਣ ਕਿ ਸ਼ਰਾਬ ਦੀ ਵਿਕਰੀ ਕਦੋਂ ਤੋਂ ਸ਼ੁਰੂ ਹੋਏਗੀ, ਕਿ ਉਹ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਾਂ ਉਸ ਦੇ ਲਈ ਇੰਤਜ਼ਾਰ ਕੱਲ ਤੱਕ ਦੇ ਲਈ ਕਰਨਾ ਹੋਏਗਾ। ਕਿਉਂਕਿ ਹੁਣ ਲੱਗ ਰਿਹਾ ਹੈ 3 ਵਜੇ ਤੋਂ ਜ਼ਿਆਦਾ ਸਮਾਂ ਹੋ ਗਿਆ ਕਿ ਕੱਲ ਸਵੇਰ ਤੋਂ ਹੀ ਇੰਪਲੀਮੈਂਟ ਹੋਣਗੇ। ਪਰ ਦੂਜੇ ਪਾਸੇ ਸ਼ਰਾਬ ਦੇ ਠੇਕੇਦਾਰ ਕੀ ਨਵੀਂ ਐਕਸਾਈਜ਼ ਪਾਲਿਸੀ ਦੇ ਨਾਲ ਸੰਤੁਸ਼ਟ ਹੋਣਗੇ ਕਿ ਪੰਜਾਬ ਦੇ ਵਿੱਚ ਵੀ ਸ਼ਰਾਬ ਦੇ ਰੇਟਾਂ ਨੂੰ ਵਧਾਇਆ ਜਾਵੇਗਾ ਜਾਂ ਫਿਰ ਨਹੀਂ, ਇਸ ਦੇ ਉੱਤੇ ਵੀ ਅਜੇ ਸਸਪੈਂਸ ਬਰਕਰਾਰ ਹੈ ਕਿਉਂਕਿ ਵੱਖ-ਵੱਖ ਸੂਬਿਆਂ ਦੇ ਵਿੱਚ ਰੇਟ ਤਾਂ ਵਧਾਏ ਗਏ ਨੇ ਪਰ ਪੰਜਾਬ ਦੇ ਵਿੱਚ ਰੇਟ ਵਧਾਉਣ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜੀ ਇੱਕ
ਸੁਰ ਨਜ਼ਰ ਨਹੀਂ ਆਇਆ ਸੀ ਤੇ ਰੇਟ ਨੂੰ ਲੈ ਕੇ, ਹੋਮ ਡਿਲੀਵਰੀ ਨੂੰ ਲੈ ਕੇ, ਪੂਰੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਹੀ ਕਰਨ ਅਵਤਾਰ ਅਤੇ ਮੰਤਰੀਆਂ ਦੇ ਵਿਚਾਲੇ ਜਿਹੜੀਆਂ ਤਲਵਾਰਾਂ ਖਿੱਚੀਆਂ ਗਈਆਂ ਸਨ। ਤਾਂ ਨਵੀਂ ਐਕਸਾਈਜ਼ ਪਾਲਿਸੀ ਨੂੰ ਮੁੱਖ ਮੰਤਰੀ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮੇਂ ਦੀ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਐਕਸਾਈਜ਼ ਪਾਲਿਸੀ ਦੇ ਵਿੱਚ ਕੀ ਕੁਝ ਸੋਧਾਂ ਕੀਤੀਆਂ ਗਈਆਂ ਨੇ, ਜਿਸ ਨੂੰ ਮਨਜ਼ੂਰੀ ਸਰਕਾਰ ਦੀ ਮਿਲੀ ਹੈ, ਉਹ ਅਜੇ ਤੱਕ ਕਲੀਅਰ ਨਹੀਂ ਹੋ ਸਕਿਆ ਹੈ। ਹੋਮ ਡਿਲੀਵਰੀ ਅਤੇ ਰੇਟ ਨੂੰ ਲੈ ਕੇ ਵੀ ਸਸਪੈਂਸ ਬਰਕਰਾਰ ਹੈ ਤੇ ਜਲਦੀ ਸਰਕਾਰ ਸਾਹਮਣੇ ਰੱਖੇਗੀ, ਇਹੀ ਕਿਹਾ ਜਾ ਰਿਹਾ ਹੈ। ਤੇ ਜਲਦ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਖੁੱਲਣ ਜਾ ਰਹੇ ਨੇ। ਹੁਣ ਜ਼ਿਕਰ ਕਰਦੇ ਹਾਂ ਕਿ 20 ਲੱਖ ਕਰੋੜ, ਜੀ ਹਾਂ, ਜੋ ਪ੍ਰਧਾਨ ਮੰਤਰੀ ਦੇ ਵੱਲੋਂ ਜ਼ਿਕਰ ਕੀਤਾ ਗਿਆ, ਜਿਸ ਪੈਕੇਜ ਦਾ ਜ਼ਿਕਰ ਉਹਨਾਂ ਨੇ ਕੀਤਾ ਕਿ ਇਸ ਸਮੇਂ ਅਰਥਚਾਰੇ ਨੂੰ ਲੀਹਾਂ ਦੇ ਉੱਤੇ ਲਿਆਉਣ ਦੇ ਲਈ ਹਰ ਵਰਗ ਦੀ ਮਦਦ ਕਰਨ ਦੀ ਜ਼ਰੂਰਤ ਹੈ ਤੇ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਵਿੱਚ ਕੱਲ ਰਾਤ ਕੀਤਾ ਸੀ ਤੇ ਅੱਜ ਉਸ ਬਾਰੇ ਜਾਣਕਾਰੀ ਦੇਣਗੇ ਕਿ ਇਹ 20 ਲੱਖ ਕਰੋੜ ਰੁਪਇਆ ਕਿਵੇਂ ਲੋਕਾਂ ਤੱਕ ਪਹੁੰਚੇਗਾ, ਕਿਵੇਂ ਇਹ ਵੱਖ-ਵੱਖ ਖੇਤਰਾਂ ਦੇ ਵਿੱਚ ਵੰਡਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਕੱਲ ਸਾਫ਼ ਕਰ ਦਿੱਤਾ ਸੀ ਆਰਥਿਕ ਪੈਕੇਜ ਦੀ ਜਾਣਕਾਰੀ ਦੇਣ ਦੀ ਅੱਜ ਤੋਂ ਸ਼ੁਰੂਆਤ ਹੋਵੇਗੀ। ਸ਼ਾਮ 4 ਵਜੇ ਪ੍ਰੈਸ ਕਾਨਫਰੰਸ ਕਰਨਗੇ ਕੇਂਦਰੀ ਖਜ਼ਾਨਾ ਮੰਤਰੀ। ਹੁਣ ਤੋਂ ਥੋੜੀ ਦੇਰ ਬਾਅਦ ਤੇ 3 ਦਿਨਾਂ ਤੱਕ ਇਹ ਸਿਲਸਿਲਾ ਜਾਰੀ ਰਹੇਗਾ, ਯਾਨੀ ਕਿ ਰੋਜ਼ ਪ੍ਰੈਸ ਕਾਨਫਰੰਸ ਕੀਤੀ ਜਾਏਗੀ। ਉਸ ਤੋਂ ਬਾਅਦ ਇਹ ਕਲੀਅਰ ਹੋਏਗਾ ਕਿ ਕਿਹੜੇ ਖਿੱਤੇ ਨੂੰ ਕੀ ਰਾਹਤ ਦਿੱਤੀ ਜਾ ਰਹੀ ਹੈ, ਕੀ ਐਲਾਨ ਉਹਨਾਂ ਦੇ ਲਈ ਕੀਤੇ ਜਾ ਰਹੇ ਨੇ। ਕੱਲ ਹੀ ਪ੍ਰਧਾਨ ਮੰਤਰੀ ਨੇ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਸੀ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅੱਜ MSME यानी माइक्रो स्मॉल ते मीडियम ਜਿਹੜੇ ਉਦਯੋਗ ਨੇ ਉਹਨਾਂ ਨੂੰ ਲੈ ਕੇ ਆਰਥਿਕ ਪੈਕੇਜ ਦਾ ਐਲਾਨ ਕਰ ਸਕਦੇ ਨੇ। ਇਹ 20 ਲੱਖ ਕਰੋੜ ਦੇ ਉਸੇ ਰਾਹਤ ਪੈਕੇਜ ਦਾ ਹਿੱਸਾ ਹੋਵੇਗਾ ਜਿਸ ਦਾ ਐਲਾਨ ਕੱਲ ਪ੍ਰਧਾਨ ਮੰਤਰੀ ਦੇ ਵੱਲੋਂ ਕੀਤਾ ਗਿਆ ਸੀ। ਸਰਕਾਰ 3 ਲੱਖ ਕਰੋੜ ਤੋਂ ਜ਼ਿਆਦਾ ਦੇ MSME ਲੋਨ ਦੇ ਲਈ ਗਾਰੰਟੀ ਦਾ ਐਲਾਨ ਕਰ ਸਕਦੀ ਹੈ। ਤਾਂ ਇੱਕ ਵੱਡੀ ਖਬਰ ਹੋ ਸਕਦੀ ਹੈ MSME ਦੀ ਨਾਲ ਜੁੜੀ ਹੋਈ। ਇਹ ਉਹ ਖਿੱਤਾ ਹੈ ਜਿੱਥੇ ਵਿੱਚ ਦੇਸ਼ ਦਾ ਵੱਡਾ ਹਿੱਸਾ ਜਿਹੜੇ ਮੁਲਾਜ਼ਮਾਂ ਦਾ ਹੈਗਾ ਉਹ ਇਸ ਦੇ ਨਾਲ ਜੁੜਿਆ ਹੋਇਆ ਹੈ। ਜਿਹੜੇ ਛੋਟੇ ਉਦਯੋਗ ਨੇ, ਬਹੁਤ ਛੋਟੇ ਉਦਯੋਗ ਨੇ, ਜਿਹੜੇ ਤੁਸੀਂ ਕਹਿ ਸਕਦੇ ਹੋ ਘਰਾਂ ਤੱਕ ਵੀ ਪਹੁੰਚੇ ਹੋਏ ਨੇ ਉਦਯੋਗ, ਜਿਹੜੇ ਛੋਟੇ ਛੋਟੇ ਕਾਰਖਾਨੇ ਲੋਕਾਂ ਨੇ ਲਗਾਏ ਹੁੰਦੇ ਨੇ, ਜਿਹਨਾਂ ਨੂੰ ਅਸੀਂ ਮਾਈਕਰੋ ਕਹਿੰਦੇ ਆ, ਸਮਾਲ ਕਹਿੰਦੇ ਆ, ਫਿਰ ਮੀਡੀਅਮ ਉਦਯੋਗ ਜਿਹੜੇ ਹੈਗੇ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਕੰਮ ਕਰ ਰਹੇ ਹੁੰਦੇ ਨੇ, ਉਹਨਾਂ ਦਾ ਵੀ ਅਸੀਂ ਜ਼ਿਕਰ ਕਰ ਰਹੇ ਹਾਂ। तो 4 बजे प्रेस कॉन्फ्रेंस। एक विशेष आर्थिक पैकेज की घोषणा कर रहा हूं। यह आर्थिक पैकेज आत्मनिर्भर भारत अभियान की अहम कड़ी के तौर पर काम करेगा। हाल में सरकार ने कोरोना संकट से जुड़ी जो आर्थिक घोषणाएं की थी, जो रिजर्व बैंक के फैसले थे, और आज जिस आर्थिक पैकेज का ऐलान हो रहा है उसे जोड़ दें तो ये करीब करीब 20 लाख करोड़ रुपए का है। ये पैकेज भारत की जीडीपी का करीब करीब 10% है। इन सबके जरिए देश के विभिन्न वर्गों को, आर्थिक व्यवस्था की कड़ियों को 20 लाख करोड़ रुपए का संबल मिलेगा, सपोर्ट मिलेगा। 20 लाख करोड़ रुपए का ये पैकेज 2020 में देश की विकास यात्रा को 20 लाख 2020 में आत्मनिर्भर भारत अभियान को एक नई गति देगा। आत्मनिर्भर भारत के संकल्प को सिद्ध करने के लिए इस पैकेज में लैंड, लेबर, लिक्विडिटी और लॉज सभी पर बल दिया गया है। ये आर्थिक पैकेज हमारे कुटीर उद्योग, गृह उद्योग, हमारे लघु मंझोले उद्योग, हमारे MSME के लिए हैं, जो करोड़ों लोगों की आजीविका का साधन है।
जो आत्मनिर्भर भारत के हमारे संकल्प का मजबूत आधार है। ਤਾਂ ਪ੍ਰਧਾਨ ਮੰਤਰੀ ਦੇ ਵੱਲੋਂ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਗਿਆ, ਪਰ ਸਵਾਲ ਬਹੁਤ ਸਾਰੇ ਇਸ ਵਿਚਾਲੇ ਉੱਠ ਰਹੇ ਨੇ ਕਿ ਇਹ ਪੈਸਾ ਆਏਗਾ ਕਿੱਥੋਂ, ਕਿਵੇਂ ਲੋਕਾਂ ਤੱਕ ਪਹੁੰਚੇਗਾ, ਕਿਵੇਂ ਲੋਕਾਂ ਤੱਕ ਰਾਹਤ ਪਹੁੰਚੇਗੀ, ਕੀ ਉਸ ਦੀ ਰੂਪਰੇਖਾ ਪੂਰੀ ਹੋ ਸਕਦੀ ਹੈ। ਬਹੁਤ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ, ਉਹ ਵੀ ਅਸੀਂ ਤੁਹਾਨੂੰ ਕੁਝ ਗ੍ਰਾਫਿਕਸ ਦੇ ਜ਼ਰੀਏ ਦੱਸਾਂਗੇ ਕਿ MSME ਨੂੰ ਕਿਵੇਂ ਰਾਹਤ ਪਹੁੰਚਾਈ ਜਾ ਸਕਦੀ ਹੈ, ਕਿਸਾਨਾਂ ਨੂੰ ਕਿਵੇਂ ਰਾਹਤ ਪਹੁੰਚਾਈ ਜਾ ਸਕਦੀ ਹੈ, ਜਿਹੜੇ ਟੈਕਸ ਪੇਅਰਸ ਨੇ, ਮਿਡਲ ਕਲਾਸ ਜਿਸ ਨੂੰ ਕਿਹਾ ਜਾਂਦਾ ਹੈ, ਉਹਨਾਂ ਦੇ ਉੱਤੇ ਕਿਵੇਂ ਤੱਕ ਰਾਹਤ ਪਹੁੰਚਾਈ ਜਾ ਸਕਦੀ ਹੈ, ਕਿਉਂਕਿ ਪ੍ਰਭਾਵਿਤ ਤਾਂ ਸਾਰੇ ਹੋਏ ਨੇ। ਖਾਸ ਤੌਰ ਤੇ ਜਿਹੜਾ ਮਿਡਲ ਕਲਾਸ ਹੈ, ਲੋਅਰ ਮਿਡਲ ਕਲਾਸ ਹੈ, ਮਜ਼ਦੂਰ ਵਰਗ ਹੈ, ਉਹ ਤਾਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਅਸੀਂ ਜ਼ਿਕਰ ਵੀ ਕਰਾਂਗੇ, ਕੋਸ਼ਿਸ਼ ਕਰਾਂਗੇ ਜਿਹੜੇ ਜਾਣਕਾਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਕਿ ਆਖਿਰ ਕੀ ਕੁਝ ਰੂਪਰੇਖਾ ਇਸ 20 ਲੱਖ ਕਰੋੜ ਦੇ ਪੈਕੇਜ ਦੀ ਹੋ ਸਕਦੀ ਹੈ। ਸਾਡੇ ਨਾਲ ਅਨਿਲ ਸ਼ਰਮਾ ਜੀ ਜੁੜ ਰਹੇ ਨੇ, ਅਰਥ ਸ਼ਾਸਤਰੀ ਨੇ। ਅਨਿਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਇਸ ਦੇ ਨਾਲ ਹੀ ਸਾਡੇ ਨਾਲ ਉਪਕਾਰ ਸਿੰਘ ਆਹੂਜਾ ਜੀ ਜੁੜ ਰਹੇ ਨੇ, ਸਨਅਤਕਾਰ ਨੇ, ਬਹੁਤ ਬਹੁਤ ਸਵਾਗਤ ਹੈ ਆਹੂਜਾ ਸਾਹਿਬ ਤੁਹਾਡਾ ਵੀ। ਤੇ ਇਸ ਦੇ ਨਾਲ ਹੀ ਸਾਡੇ ਨਾਲ ਅਮਰਜੀਤ ਸਿੰਘ ਜੀ ਜੁੜ ਰਹੇ ਨੇ, ਸਕੱਤਰ ਨੇ AITUC ਦੇ, ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਅਮਰਜੀਤ ਜੀ। ਸ਼ੁਰੂਆਤ ਅਨਿਲ ਜੀ ਤੁਹਾਡੇ ਤੋਂ ਹੀ। ਹਾਂਜੀ ਸਰ। ਇਸ ਸਮੇਂ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਸਵਾਲ ਹੈ ਕਿ 20 ਲੱਖ ਕਰੋੜ ਸਾਨੂੰ ਕੀ ਮਿਲੇਗਾ, ਸਾਡੇ ਤੱਕ ਕਿਵੇਂ ਰਾਹਤ ਪਹੁੰਚਾਏਗੀ, ਕਿਉਂਕਿ ਪ੍ਰਧਾਨ ਮੰਤਰੀ ਜ਼ਿਕਰ ਤਾਂ ਕਰਦੇ ਨਜ਼ਰ ਆਏ ਕਿ ਹਰ ਖਿੱਤੇ ਤੱਕ ਰਾਹਤ ਪਹੁੰਚਾਉਣ ਦੀ ਸਾਡੀ ਕੋਸ਼ਿਸ਼ ਹੋਏਗੀ। ਤਾਂ ਮਿਡਲ ਕਲਾਸ, ਲੋਅਰ ਮਿਡਲ ਕਲਾਸ ਜਾਂ ਜਿਹੜਾ ਮਜ਼ਦੂਰ ਵਰਗ ਹੈ, ਗਰੀਬ ਵਰਗ ਹੈ ਦੇਸ਼ ਦਾ, ਉਹ ਬਹੁਤ ਸਾਰੀਆਂ ਉਮੀਦਾਂ ਹੁਣ ਲੈ ਕੇ ਬੈਠਾ ਹੈ, ਕਿਉਂਕਿ ਰਕਮ ਬਹੁਤ ਵੱਡੀ ਹੈ, 20 ਲੱਖ ਕਰੋੜ। गौरव जी, पहली बात मैं तुम्हें ये दसदा कि ਜਿਹੜਾ 20 ਲੱਖ है वो सारा ਦਾ ਸਾਰਾ मिडिल क्लास फैमिली ਨੂੰ नहीं मिलना, ये सारा डिस्ट्रीब्यूट होना है। कुछ लेबर च जाएगा, कुछ टैक्स रिफॉर्म वास्ते चला जाएगा, कुछ मिडिल क्लास ਨੂੰ ਮਿਲੇਗਾ। ਹੁਣ ਤੁਹਾਡਾ ਜਿਹੜਾ ਕੁਐਸਚਨ ਹੈ ਕਿ ਇੱਕ ਆਮ ਆਦਮੀ ਨੂੰ ਇਹ ਕਿਵੇਂ ਮਿਲੇਗਾ, ਜੇ ਮੈਂ ਮਿਡਲ ਕਲਾਸ ਦੀ ਗੱਲ ਕਰਾਂ ਤੇ ਅਸੀਂ ਇਹ ਮੰਨ ਸਕਦੇ ਹਾਂ ਕਿ ਜਦੋਂ ਇਹਨਾਂ ਨੇ 20 ਲੱਖ ਕਰੋੜ ਦਾ ਪੈਕੇਜ ਦੇ ਵਿੱਚੋਂ ਕੁਝ ਹਿੱਸਾ ਜਦੋਂ ਮਿਡਲ ਕਲਾਸ ਜਾਂ ਮਿਡਲ ਮੈਨ ਨੂੰ ਦੇਣਾ ਹੈ ਤਾਂ ਨੈਚੁਰਲੀ ਉਹਦੇ 'ਚ ਇਹ ਹੋ ਸਕਦਾ ਕਿ ਉਹਨਾਂ ਦੀ ਇਨਕਮ ਟੈਕਸ ਦੀ ਜਿਹੜੀ ਟੈਕਸ ਰੇਟ ਹੈ ਉਹਨੂੰ ਥੋੜਾ ਘਟਾ ਦਿੱਤਾ ਜਾਵੇ। ਤੇ ਜਦੋਂ ਇਨਕਮ ਟੈਕਸ ਦੀ ਰੇਟ ਨੂੰ ਘਟਾਇਆ ਜਾਏਗਾ ਤਾਂ ਉਹਦੇ ਉੱਤੇ ਟੈਕਸ ਬਰਡਨ ਘਟ ਜਾਏਗਾ। ਤੇ ਇਹਦਾ ਮਤਲਬ ਕੀ ਹੈ ਕਿ ਜੇ ਟੈਕਸ ਬਰਡਨ ਮਿਡਲ ਕਲਾਸ ਫੈਮਿਲੀ ਦਾ ਘਟਦਾ ਤੇ ਸਰਕਾਰ ਨੂੰ ਉਨਾ ਹੀ ਰੈਵਨਿਊ ਘਟ ਜਾਏਗਾ, ਤੇ ਜੇ ਰੈਵਨਿਊ ਘਟ ਜਾਏਗਾ ਯਾਨੀ ਗਵਰਨਮੈਂਟ ਵੱਲੋਂ ਰੈਵਨਿਊ ਫੋਰਗੋਨ ਹੋ ਗਿਆ। ਤਾਂ ਇਸ ਤਰੀਕੇ ਦੇ ਨਾਲ ਉਹ ਕੋਸ਼ਿਸ਼ ਕਰਨਗੇ ਕਿ ਜਿਹੜੀ ਤੁਹਾਨੂੰ ਰਿਆਇਤਾਂ ਦਿੱਤੀਆਂ ਜਾਣਗੀਆਂ ਉਹ ਇसी ਪੈਕੇਜ ਦਾ ਪਾਰਟ ਹੋਏਗਾ। ਕੋਈ ਐਡੀਸ਼ਨਲ ਜੇ ਤੁਸੀਂ ਸੋਚੋ कि ਤੁਹਾਡੇ बैंक अकाउंट 'ਚ डायरेक्टली पैसा आ जाएगा, ऐसा कुछ नहीं होगा। इसी तरह जे ਆਪਾਂ सैलरी क्लास की गल करांगे तो सैलरी के अलाउंसेस ठीक है बने रहने एज इट इज, लेकिन सिर्फ ये कि ਜਿਹੜੀ क्लास या ਜਿਹੜਾ ਉਹਨੂੰ ਹੋ ਸਕਦਾ 7.5% ਦੀ ਸਲੈਬ 'ਚ ਲਿਆ, ਜਿਹੜਾ 20% ਦੀ ਸਲੈਬ ਵਾਲਾ ਉਹਨੂੰ ਹੋ ਸਕਦਾ 12.5। ਠੀਕ ਹੈ, ਥੋੜਾ ਨੈਟਵਰਕ ਇਸ਼ੂ ਲੱਗ ਰਿਹਾ। ਅਨਿਲ ਜੀ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਸਭ ਤੋਂ ਪਹਿਲਾਂ ਇੱਕ ਛੋਟਾ ਰਿਐਕਸ਼ਨ ਲੈ ਲਵਾਂ। ਸਾਡੇ ਨਾਲ ਆਹੂਜਾ ਜੀ ਵੀ ਜੁੜੇ ਹੋਏ ਨੇ, ਮੈਂ ਉਹਨਾਂ ਦਾ ਰੁਖ ਕਰਾਂਗੇ। ਆਹੂਜਾ ਜੀ, ਕਿਵੇਂ ਦੇਖਦੇ ਹੋ ਅੱਜ ਦੇ ਇਸ ਪ੍ਰੈਸ ਕਾਨਫਰੰਸ ਨੂੰ, ਕਿਉਂਕਿ ਇਹ ਤਾਂ ਕਿਹਾ ਜਾ ਰਿਹਾ ਕਿ MSME ਦੇ ਉੱਤੇ ਫੋਕਸ ਪਹਿਲੇ ਦਿਨ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਰਹੇਗਾ। ਜਦੋਂ 20 ਲੱਖ ਕਰੋੜ ਦਾ ਜ਼ਿਕਰ ਹੁੰਦਾ ਤਾਂ ਹਰ ਕੋਈ ਇਹੀ ਸੋਚ ਰਿਹਾ ਹੈ ਕਿ ਉਹਨਾਂ ਦੇ ਹਿੱਸੇ ਦੇ ਵਿੱਚ ਕੀ ਆ ਸਕਦਾ ਹੈ। ਜਿਵੇਂ ਅਨਿਲ ਜੀ ਨੇ ਜ਼ਿਕਰ ਕੀਤਾ ਕਿ ਕਿਸੇ ਦੇ ਖਾਤੇ 'ਚ ਨਹੀਂ ਜਾਏਗਾ, ਹਾਲਾਂਕਿ ਅਸੀਂ ਸੋਸ਼ਲ ਮੀਡੀਆ ਦੇਖੀਏ ਤਾਂ ਲੋਕਾਂ ਨੇ ਤਾਂ ਕੈਲਕੂਲੇਟ ਕਰਕੇ ਦੱਸ ਦਿੱਤਾ ਕਿ ਤਕਰੀਬਨ 15,000 ਰੁਪਏ ਹਰ ਸ਼ਖਸ ਨੂੰ ਮਿਲ ਸਕਦੇ ਨੇ। ਕਿਵੇਂ ਦੇਖਿਆ ਜਾਵੇ ਕਿ ਕਿਵੇਂ ਰਾਹਤ ਲੋਕਾਂ ਤੱਕ ਪਹੁੰਚ ਸਕਦੀ ਹੈ ਇਸ ਸਮੇਂ ਜੋ ਇਹ 20 ਲੱਖ ਕਰੋੜ ਦਾ ਪੈਕੇਜ ਹੈ ਉਸ ਦੇ ਜ਼ਰੀਏ? ਮੈਂ ਇਹ ਦੇਖਦਾ ਵੀ ਜਿਹੜੀ MSME ਹੈ ਉਹਨੂੰ ਬਹੁਤ ਜ਼ਿਆਦਾ ਸਪੋਰਟ ਦੀ ਲੋੜ ਹੈ ਇਸ ਟਾਈਮ ਜੀ। MSME ਦੇ ਵਿੱਚ ਇੱਕ ਤਾਂ ਮੇਨ ਫਾਈਨਾਂਸ ਹੈ। ਫਾਈਨਾਂਸ MSME ਨੂੰ ਘੱਟ ਰੇਟ ਆਫ ਇੰਟਰਸਟ ਤੇ ਮਿਲਣਾ ਚਾਹੀਦਾ ਹੈ। ਮੋਦੀ ਸਾਹਿਬ ਨੇ ਇੱਕ ਬੜੀ ਚੰਗੀ ਗੱਲ ਕਹੀ ਵੀ ਜਿਹੜਾ ਸੈਲਫ ਸਸਟੇਨੇਬਲ ਇੰਡੀਆ ਅਸੀਂ ਉਹਦੇ ਤੇ ਫੋਕਸ ਕਰੀਏ ਤਾਂ ਕਿ ਜੋ ਵੀ ਸਾਡੇ ਪ੍ਰੋਡਕਟ ਹੈ ਉਹ ਲੋਕਲ ਡਿਵੈਲਪ ਹੋ ਸਕਣ। ਜੇ ਅਸੀਂ ਚਾਈਨਾ ਦੀ ਐਗਜ਼ਾਮਪਲ ਲਈਏ ਤਾਂ ਅਸੀਂ ਚਾਈਨਾ ਤੋਂ ਕਾਫੀ ਮਾਲ ਅਸੀਂ ਇੰਪੋਰਟ ਕਰਦੇ ਹਾਂ ਜਾਂ ਦੂਸਰੇ ਕੰਟਰੀਜ਼ ਤੋਂ ਕਾਫੀ ਮਾਲ ਇੰਪੋਰਟ ਕਰਦੇ ਹਾਂ। ਜੇ ਅਸੀਂ ਇਹ ਇੰਪੋਰਟ ਘਟਾ ਲਈਏ ਤਾਂ ਇਹਦੇ ਨਾਲ ਇੱਕ ਤਾਂ ਸਾਡੀ ਲੋਕਲ ਇੰਡਸਟਰੀ ਗਰੋ ਕਰੇਗੀ, ਦੂਸਰਾ ਜਿਹੜਾ ਸਾਡਾ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ MSME ਹੈ ਇਹ ਇੱਕ ਇੱਦਾਂ ਦੀ ਇੰਡਸਟਰੀ ਹੈ ਜਿਹੜੀ ਬਿਲਕੁਲ ਘੱਟ ਖਰਚੇ ਤੇ ਔਰ ਵੱਧ ਤੋਂ ਵੱਧ ਰੋਜ਼ਗਾਰ ਦੇ ਸਕਦੀ ਹੈ ਜੀ। ਇਹਦੇ 'ਚ ਅਸੀਂ ਇੱਕ ਤਾਂ ਇਹ ਕਹਾਂਗੇ ਵੀ ਜਿਹੜੀ ਫਾਈਨਾਂਸ ਦੀ ਕਾਸਟ ਹੈ ਇੰਡੀਆ 'ਚ ਬਹੁਤ ਜ਼ਿਆਦਾ ਹੈ। ਜੇ ਦੂਜੇ ਦੇਸ਼ਾਂ 'ਚ 3-4% ਰੇਟ ਆਫ ਇੰਟਰਸਟ ਤੇ ਫਾਈਨਾਂਸ ਮਿਲਦਾ ਤਾਂ ਇੰਡਸਟਰੀ ਨੂੰ 10 ਤੋਂ 14, 12, 13% ਤੱਕ ਫਾਈਨਾਂਸ ਮਿਲਦਾ। ਔਰ ਮੈਂ ਚਾਈਨਾ, ਸਾਡੀ ਕਈ ਵਾਰ ਗੱਲ ਹੁੰਦੀ ਹੈ, ਉੱਥੋਂ ਦੀ ਇੰਡਸਟਰੀ ਨੂੰ ਅਸੀਂ ਸਟੱਡੀ ਕਰੀਦਾ। ਇੱਕ ਤਾਂ ਉਹਦੇ ਫਾਈਨਾਂਸ ਦੀ ਅਵੇਲੇਬਿਲਿਟੀ ਬਹੁਤ ਈਜ਼ੀ ਹੈ ਔਰ ਦੂਸਰਾ ਉਹ ਬੜੀ ਲੋ ਕਾਸਟ ਤੇ ਹੈ। ਇਹ ਦੋ ਚੀਜ਼ਾਂ ਤੇ ਜੇ ਸਰਕਾਰ ਫੋਕਸ ਕਰੇ ਵੀ ਸਭ ਤੋਂ ਪਹਿਲਾਂ ਤਾਂ ਫਾਈਨਾਂਸ ਸਸਤਾ ਕਰ ਦੇਵੇ, ਕਿਉਂਕਿ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੁੜੀਆਂ। ਜੇ ਅਸੀਂ ਦੂਸਰੇ ਕੰਟਰੀਜ਼ ਨੂੰ ਕੰਪੀਟ ਕਰਨਾ ਸਾਨੂੰ ਟੈਕਨੋਲੋਜੀ ਅਪਗ੍ਰੇਡ ਕਰਨੀ ਪਏਗੀ,
ਇਹਦੇ ਲਈ ਸਾਨੂੰ ਆਪਾਂ ਨੂੰ ਜੇ ਟੈਕਨੋਲੋਜੀ ਅਪਗ੍ਰੇਡ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਉਹਦੇ ਲਈ ਜਿਹੜੀ ਮਸ਼ੀਨਰੀ ਇਕਵਿਪਮੈਂਟ ਚਾਹੀਦੇ ਉਹ ਸਾਨੂੰ ਫਾਈਨਾਂਸ ਕਰਾਉਣੇ ਪੈਂਦੇ ਆ। ਜੇ ਰੇਟ ਆਫ ਇੰਟਰਸਟ ਘੱਟ ਹੋਏਗਾ ਤਾਂ ਸਾਡਾ ਮੈਨੂਫੈਕਚਰਿੰਗ ਸੈਕਟਰ ਸਟਰੈਂਥਨ ਹੋ ਸਕਦਾ ਹੈ ਔਰ ਇਹਦੇ ਨਾਲ ਅਸੀਂ ਵੱਧ ਤੋਂ ਵੱਧ ਆਪਣਾ ਜਿਹੜਾ ਇੰਡਸਟਰੀ ਗਰੋ ਕਰ ਸਕਦੀ ਹੈ, ਅਸੀਂ ਇੰਪੋਰਟ ਘਟਾ ਸਕਦੇ ਹਾਂ ਜੀ। ਔਰ ਇਸ ਤੋਂ ਇਲਾਵਾ ਸਰਕਾਰ ਨੂੰ MSME ਦੀ ਡੈਫੀਨੇਸ਼ਨ ਬੜੀ ਪੁਰਾਣੀ ਹੈ, 10 ਸਾਲ ਪੁਰਾਣੀ ਹੈ। ਇਹਦੇ ਜਿਹੜੀ 1 ਕਰੋੜ ਤੱਕ ਜਿਹਦੀ ਜਿੱਦਾਂ ਤੁਸੀਂ ਦੱਸਿਆ ਉਹ ਮਾਈਕਰੋ ਸੈਕਟਰ ਹੈ, 5 ਕਰੋੜ ਤੱਕ ਮੀਡੀਅਮ ਹੈ ਔਰ 10 ਕਰੋੜ ਤੱਕ ਸਮਾਲ ਹੈ। ਔਰ ਸਰਕਾਰ ਨੇ ਇਹ ਕਾਫੀ ਪਾਲਿਸੀ ਤਿਆਰ ਕੀਤੀ ਹੋਈ ਹੈ ਵੀ ਇਹਨੂੰ ਕਿੱਦਾਂ ਅਸੀਂ ਕਰਨਾ, ਚੇਂਜ ਕਰਨਾ, ਪਰ ਉਹ ਕਾਫੀ ਟਾਈਮ ਤੋਂ ਅਵੇਟਡ ਹੈ। ਇਹਦੇ 'ਚ ਕੋਈ ਹਲੇ ਸਰਕਾਰ ਨੇ ਇਹਨੂੰ ਫਾਈਨਲ ਨਹੀਂ ਕੀਤਾ ਔਰ ਮੈਂ ਇਹ ਬੇਨਤੀ ਕਰਾਂਗਾ ਵੀ ਇਸ ਪਾਲਿਸੀ ਨੂੰ ਜਲਦੀ ਅਮਲੀ ਜਾਮਾ ਪਹਿਨਾਇਆ ਜਾਏ ਔਰ ਲਿਆਂਦਾ ਜਾਵੇ ਜੀ। ਔਰ ਇਸ ਤੋਂ ਇਲਾਵਾ ਜਿਹੜੇ ਕੁਝ ਫੋਕਸਡ ਏਰੀਆ ਸਰਕਾਰ ਨੂੰ ਚਾਹੀਦਾ, ਜਿੱਦਾਂ ਕਿ ਇਲੈਕਟ੍ਰੋਨਿਕਸ ਹੈ। ਜੇ ਅਸੀਂ ਚਾਈਨਾ ਤੋਂ ਇੰਪੋਰਟ ਦੀ ਗੱਲ ਕਰੀਏ ਤਾਂ ਮੈਕਸਿਮਮ ਮੋਬਾਈਲ ਫੋਨ ਹੈ ਜਾਂ ਜਿਹੜੇ ਇਲੈਕਟ੍ਰੋਨਿਕਸ ਹੈ, ਕੰਪਿਊਟਰ ਹਾਰਡਵੇਅਰ ਹੈ, ਟੈਲੀਵਿਜ਼ਨ ਹੈ, ਇਹ ਕਾਫੀ ਜ਼ਿਆਦਾ ਅਸੀਂ ਇੰਪੋਰਟ ਕਰਦੇ ਹਾਂ। ਇਸ ਤੋਂ ਇਲਾਵਾ ਮਸ਼ੀਨਰੀ ਹੈ। ਸਰਕਾਰ ਨੂੰ ਹੁਣ ਬੜੇ ਫੋਕਸ ਤਰੀਕੇ ਨਾਲ ਇੰਡਸਟਰੀ ਨਾਲ ਡਿਸਕਸ ਕਰਕੇ ਔਰ ਇੰਡਸਟਰੀ ਦੀ ਸਲਾਹ ਲੈ ਕੇ, ਕਿਉਂਕਿ ਕਲੈਕਟਿਵਲੀ ਵੀ ਕੈਨ ਡੂ ਵੰਡਰਸ। ਜੇ ਇੰਡਸਟਰੀ, ਸਰਕਾਰ, ਸਾਰੇ ਅਸੀਂ ਰਲ ਕੇ ਕੰਮ ਕਰਾਂਗੇ ਤਾਂ ਅਸੀਂ ਬੜਾ ਵਧੀਆ ਕੰਮ ਕਰ ਸਕਦੇ ਹਾਂ। ਇਹਦੇ ਨਾਲ ਫੋਰਨ ਕਰੰਸੀ ਵੀ ਸਾਡੀ ਬਚੇਗੀ। ਮੈਂ ਤੁਹਾਡੇ ਕੋਲ ਵਾਪਸ ਆਣਾ ਹੁਜਾ ਸਾਹਿਬ, ਜਿਹੜਾ MSME ਦਾ ਆਪਾਂ ਹੋਰ ਥੋੜੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਸਾਡੇ ਨਾਲ ਅਮਰਜੀਤ ਜੀ ਵੀ ਜੁੜੇ ਹੋਏ ਨੇ, ਉਹਨਾਂ ਦਾ ਵੀ ਇੱਕ ਪੂਰਾ ਰਿਐਕਸ਼ਨ ਇਸ ਮਾਮਲੇ 'ਚ ਲੈ ਲਈਏ ਕਿ ਉਹ ਕਿਵੇਂ ਦੇਖ ਰਹੇ ਨੇ ਅੱਜ ਦੀ ਪ੍ਰੈਸ ਕਾਨਫਰੰਸ ਨੂੰ। ਅਮਰਜੀਤ ਜੀ, ਤੁਹਾਡਾ ਵੀ ਰਿਐਕਸ਼ਨ ਚਾਹਾਂਗੇ। 20 ਲੱਖ ਕਰੋੜ ਦੀ ਅਮਾਊਂਟ ਮੈਂ ਲਗਾਤਾਰ ਜ਼ਿਕਰ ਕਰ ਰਿਹਾ ਕਿ ਬਹੁਤ ਵੱਡੀ ਹੈ। ਐਕਚੁਅਲੀ ਹਰ ਪਾਸੇ ਜ਼ਿਕਰ ਹੋ ਰਿਹਾ ਹੈ, ਇੱਥੋਂ ਤੱਕ ਜ਼ਿਕਰ ਹੋ ਰਿਹਾ ਕਿ ਪੈਸਾ ਆਏਗਾ ਕਿੱਥੋਂ। ਸਾਡਾ ਟੋਟਲ ਬਜਟ ਅਸੀਂ ਦੇਖੀਏ ਉਹ ਵੀ ਇਸ ਤੋਂ ਬਹੁਤ ਜ਼ਿਆਦਾ ਨਹੀਂ ਹੈ, ਪਰ ਸਾਡੀ GDP ਦਾ 10% ਦਾ ਹਿੱਸਾ ਪ੍ਰਧਾਨ ਮੰਤਰੀ ਨੇ ਜ਼ਰੂਰ ਅਨਾਉਂਸਮੈਂਟ ਉਸ ਦੀ ਕਰ ਦਿੱਤੀ ਕਿ ਤਕਰੀਬਨ 10% ਹੋਏਗਾ GDP ਦਾ 20 ਲੱਖ ਕਰੋੜ। ਮੈਂ ਇਹੀ ਜਾਣਨਾ ਚਾਹੁੰਦਾ ਕਿ ਜਿਹੜਾ ਇਸ ਸਮੇਂ ਆਮ ਸ਼ਖਸ, ਲੋਕ ਘਰ ਬੈਠੇ ਨੇ, ਜੋ ਕਿਸੇ ਕਾਰਖਾਨੇ 'ਚ ਕੰਮ ਕਰ ਰਿਹਾ ਹੈ, ਜੋ ਕਿਸੇ ਦੁਕਾਨਦਾਰ ਦੇ ਕੋਲ ਕੰਮ ਕਰ ਰਿਹਾ ਹੈ, ਜੋ ਕਿਤੇ ਰਜਿਸਟਰਡ ਨਹੀਂ ਹੈ, ਜੋ ਸਿਰਫ ਹਰ ਮਹੀਨੇ ਆਪਣੀ ਤਨਖਾਹ 5000 10,000 ਲੈ ਕੇ ਆਪਣੇ ਘਰ ਜਾਂਦਾ ਹੈ, ਉਸ ਦਾ ਗੁਜ਼ਾਰਾ ਚੱਲ ਰਿਹਾ ਹੈ ਔਰ ਪਿਛਲੇ 1.5 ਮਹੀਨੇ ਤੋਂ ਬਹੁਤ ਪਰੇਸ਼ਾਨ ਹੈ। ਮੈਂ ਸੌਖੇ ਸ਼ਬਦਾਂ 'ਚ ਉਹਨਾਂ ਨੂੰ ਜੇਕਰ ਅਸੀਂ ਸਮਝਾ ਸਕੀਏ ਕਿ ਉਹਨਾਂ ਤੱਕ ਕੋਈ ਰਾਹਤ ਕਿਸੇ ਤਰੀਕੇ ਨਾਲ ਪਹੁੰਚ ਸਕਦੀ ਹੈ, ਕਿਉਂਕਿ ਉਹ ਇਨਕਮ ਟੈਕਸ ਭਰਦੇ ਨਹੀਂ ਔਰ ਰਜਿਸਟਰਡ ਕਿਤੇ ਹੈ ਨਹੀਂ, ਤਾਂ ਉਹਨਾਂ ਤੱਕ ਰਾਹਤ ਪਹੁੰਚੇਗੀ ਕਿਵੇਂ? ਮੇਰੀ ਬੇਨਤੀ ਇਹ ਹੈ ਜੀ ਕਿ ਪਹਿਲੇ ਨੰਬਰ ਤੇ ਜਿੰਨੇ ਵੀ ਇਨਕਮ ਟੈਕਸ ਪੇ ਨਹੀਂ ਕਰ ਰਹੇ, ਸਾਰਿਆਂ ਦੇ ਬੈਂਕ ਖਾਤੇ ਦੇ ਵਿੱਚ ਘੱਟੋ ਘੱਟ 7500 ਰੁਪਈਆ ਜਿਹੜਾ ਉਹ ਪਾਉਣਾ ਚਾਹੀਦਾ, ਕਿਉਂਕਿ ਪਿਛਲੇ 1.5 ਮਹੀਨੇ ਤੋਂ ਜੋ ਲੋਕਾਂ ਦੀ ਆਰਥਿਕ ਹਾਲਤ ਹੋਈ ਆ। ਦੂਜੇ ਨੰਬਰ ਤੇ ਜਿਹੜੀ ਸਰਕਾਰ ਦੀ 20 ਲੱਖ ਕਰੋੜ ਦੀ ਗੱਲ ਕੀਤੀ ਜਾ ਰਹੀ ਆ, ਉਹਦੇ ਵਿੱਚ ਮਜ਼ਦੂਰਾਂ ਦੇ ਬਾਰੇ ਅਜੇ ਤੱਕ ਕੋਈ ਕਲੈਰਿਟੀ ਨਹੀਂ। ਜਿਹੜੀ ਜੇ ਰੁਜ਼ਗਾਰ ਨਹੀਂ ਚੱਲਦਾ ਤੇ ਲੋਕਾਂ ਨੂੰ ਰਾਹਤ ਨਹੀਂ ਮਿਲਦੀ। ਸਾਰੇ ਕਾਰੋਬਾਰ ਰੁਜ਼ਗਾਰ ਨਾਲ ਜੁੜੇ ਆ ਤੇ ਰੁਜ਼ਗਾਰ ਦਾ ਜਿਹੜਾ ਮੁੱਖ ਸੋਰਸ ਆ ਉਹ ਛੋਟੀ ਇੰਡਸਟਰੀ ਆ, ਸਮਾਲ ਸਕੇਲ ਇੰਡਸਟਰੀ ਆ ਔਰ ਸਮਾਲ ਸਕੇਲ ਇੰਡਸਟਰੀ ਨੂੰ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਰਾਹਤ ਦੇਣੀ ਚਾਹੀਦੀ ਆ। ਇਹਦੇ ਨਾਲ ਹੀ ਜੁੜਦਾ ਸਵਾਲ ਇਹ ਆ ਕਿ ਜਿਹੜੇ ਸਮਾਲ ਸਕੇਲ ਇੰਡਸਟਰੀ ਦੇ ਵਿੱਚ ਮਜ਼ਦੂਰ ਕੰਮ ਕਰਨੇ ਆ, ਉਹਨਾਂ ਮਜ਼ਦੂਰਾਂ ਦੀ ਖੁਸ਼ਹਾਲੀ ਦੇ ਵਾਸਤੇ, ਉਹਨਾਂ ਦੇ ਜਿਉਣ ਵਾਸਤੇ ਵੀ ਦੇਖਣਾ ਚਾਹੀਦਾ ਸਾਨੂੰ। ਜੇ ਅਸੀਂ ਜਿਹੜੀ BJP ਦੀ ਸਰਕਾਰ ਆ, ਜਿਵੇਂ ਇਹਨਾਂ ਨੇ UP ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ ਲੇਬਰ ਕਾਨੂੰਨ ਜਿਹੜੇ ਆ 3-3 ਸਾਲਾਂ ਦੇ ਲਈ ਮੁਲਤਵੀ ਕਰਨ ਦੀ ਗੱਲ ਕੀਤੀ ਆ, ਇਹਦੇ ਨਾਲ ਦੇਸ਼ ਦੇ ਵਿੱਚ ਬੇਚੈਨੀ ਹੋਰ ਫੈਲੇਗੀ। ਤੁਸੀਂ ਪੈਕੇਟ ਜਿੰਨੇ ਮਰਜ਼ੀ ਪੈਕੇਜ ਤੁਹਾਡੇ ਫਿਰ ਵੀ ਖੋ ਕੇ ਉੱਪਰਲਿਆਂ ਨੇ ਲੈ ਜਾਣੇ ਆ, ਥੱਲੇ ਤੁਹਾਡੇ ਜਿਹੜੇ ਆ ਪੈਕੇਜ ਨਹੀਂ ਆਉਣੇ। ਜੇ ਤੁਸੀਂ ਸੰਜੀਦਾ ਹੋ ਕੇ ਥੱਲੇ ਲਿਆਉਣ ਦਾ ਕੋਸ਼ਿਸ਼ ਕਰੋਗੇ ਤੇ ਜਿਹੜੀ ਸਨਅਤ ਆ ਉਹਦੇ ਵਿੱਚ ਅਮਨ ਤਾਂ ਹੀ ਰਹਿਣਾ। ਜੇ ਮਜ਼ਦੂਰਾਂ ਦੀ ਹਾਲਤ ਚੰਗੀ ਨਹੀਂ ਹੁੰਦੀ ਤੇ ਸਨਅਤ ਵਿੱਚ ਅਮਨ ਨਹੀਂ ਰਹੇਗਾ। ਰੋਜ਼-ਰੋਜ਼ ਹੜਤਾਲਾਂ ਹੋਣਗੀਆਂ, ਜਲਸੇ ਜਲੂਸ ਹੋਣਗੇ, ਕਈ ਤਰ੍ਹਾਂ ਦੇ ਵਾਇਲੈਂਸ ਵੀ ਹੋ ਸਕਦੀ ਆ। ਔਰ ਜੋ ਹਾਲਤ ਮਜ਼ਦੂਰ ਦੀ ਹੋ ਗਈ ਆ, ਜਿਸ ਤਰ੍ਹਾਂ ਲਾਕਡਾਊਨ ਨੇ ਮਜ਼ਦੂਰ ਦੀ ਹਾਲਤ ਕੀਤੀ ਆ, ਮਜ਼ਦੂਰ ਗੁੱਸੇ ਦੇ ਵਿੱਚ ਬੜੇ ਭਰੇ ਪੀਤੇ ਆ, ਖਾਸ ਕਰਕੇ ਜਿਹੜਾ ਮਾਈਗ੍ਰੈਂਟ ਵਰਕਰ ਦੀ ਜੋ ਹਾਲਤ ਅਸੀਂ ਕੀਤੀ ਆ। ਇਸ ਕਰਕੇ ਮੇਰੀ ਇਹ ਬੇਨਤੀ ਆ ਕਿ ਲੇਬਰ ਕਾਨੂੰਨ ਜਿਹੜੇ ਆ, ਇਹ ਜਿਹੜੇ ਚੱਲ ਰਹੇ ਲੇਬਰ ਕਾਨੂੰਨ, ਇਹਨਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ। 8 ਘੰਟੇ ਤੋਂ ਜਿਹੜੀ 12 ਘੰਟੇ ਵਧਾਉਣ ਦੀ ਗੱਲ ਕੀਤੀ ਜਾ ਰਹੀ ਸਮਾਂ, ਇਹ ਬਿਲਕੁਲ ਹੀ ਮਾਰੂ ਹੋਏਗਾ। ਇਹਦੇ ਨਾਲ ਮਜ਼ਦੂਰਾਂ ਦੇ ਵਿੱਚ ਇੱਕਦਮ ਬੇਚੈਨੀ ਆਏਗੀ। ਦੇਖੋ ਤੁਸੀਂ ਮਜ਼ਦੂਰਾਂ ਦਾ ਜ਼ਿਕਰ ਕੀਤਾ, ਮੈਂ ਅਮਰਜੀਤ ਜੀ ਤੁਹਾਡੇ ਕੋਲ ਵਾਪਸ ਆਵਾਂਗਾ। ਤੁਸੀਂ ਮਜ਼ਦੂਰਾਂ ਦਾ ਜ਼ਿਕਰ ਕੀਤਾ, ਬਹੁਤ ਇੰਪੋਰਟੈਂਟ ਹੈ ਕਿ ਵਾਕਈ ਮਜ਼ਦੂਰਾਂ ਦੇ ਲਈ ਬਹੁਤ ਸੋਲਿਡ ਰਣਨੀਤੀ ਇਸ ਸਮੇਂ ਚਾਹੀਦੀ ਹੈ। ਇਹ 20 ਲੱਖ ਕਰੋੜ ਦਾ ਕਿੰਨਾ ਵੱਡਾ ਹਿੱਸਾ ਮਜ਼ਦੂਰਾਂ ਦੇ ਲਈ, ਉਸ ਖਿੱਤੇ ਦੇ ਲਈ ਜਾਵੇ ਜੋ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਨੌਕਰੀ ਪੇਸ਼ਾ ਨੂੰ ਤਾਂ ਪੈਸਾ ਮਿਲ ਰਿਹਾ ਹੈ, ਚਾਹੇ
ਥੋੜਾ ਲੇਟ ਕਈਆਂ ਨੂੰ ਤਨਖਾਹ ਮਿਲੀ, ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਮਿਲੇਗੀ, ਜਿਹੜੇ ਪ੍ਰਾਈਵੇਟ ਸੈਕਟਰਸ ਨੇ ਉਹਨਾਂ ਨੂੰ ਵੀ ਤਨਖਾਹ ਮਿਲਣ ਦਾ ਜ਼ਿਕਰ ਹੋ ਰਿਹਾ ਹੈ। ਪਰ ਮਜ਼ਦੂਰ ਵਰਗ ਦਾ ਕੀ, ਜੋ ਡੇਲੀ ਦਿਹਾੜੀ ਕਰ ਰਹੇ ਸੀ, ਜੋ ਹੁਣ ਆਪਣੇ ਨੂੰ ਪਰਤ ਰਹੇ ਨੇ, ਤੇ ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮਹਿਮਾਨ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਨਾਲ ਜੋੜਾਂਗੇ। ਤੁਸੀਂ ਵੀ ਕਾਲ ਦੇ ਜ਼ਰੀਏ ਆਪਣਾ ਸਵਾਲ ਰੱਖ ਸਕਦੇ ਹੋ ਕਿ ਕਿਵੇਂ ਦੀ ਰੂਪਰੇਖਾ ਹੋ ਸਕਦੀ ਹੈ ਜਾਂ ਤੁਸੀਂ ਕੀ ਚਾਹੁੰਦੇ ਹੋ। ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਵੀ ਗੱਲ